ਹੈਲੋ ਸਟੂਡੈਂਟਸ, ਵੈਲਕਮ ਟੂ ਜੀ ਗਰੁੱਪ ਕਲਾਸਿਸ ਘਰਿਆਲਾ। ਅੱਜ ਆਪਾਂ ਫਿਜ਼ਿਕਸ ਦਾ ਜਿਹੜਾ ਚੈਪਟਰ ਚੱਲ ਰਿਹਾ ਸੀ ਆਪਣੇ ਕੋਲ ਇਲੈਕਟ੍ਰਿਕ ਮੈਗਨੈਟਿਕ ਇਫੈਕਟ ਅਤੇ ਇਲੈਕਟ੍ਰਿਕ ਮੈਗਨੈਟਿਕ ਜਾਂ ਇਲੈਕਟ੍ਰਿਕ ਕਰੰਟ। ਅੱਜ ਆਪਾਂ ਇਸ ਨੂੰ ਚੈਪਟਰ ਨੂੰ ਜਿਹੜਾ ਹੈਗਾ ਕੰਪਲੀਟ ਕਰਨਾ ਹੈ। ਇਹ ਤੇ ਲਾਸਟ ਆਪਣੇ ਕੋਲ ਦੋ ਟੌਪਿਕ ਰਹਿ ਗਏ ਸੀ। ਇੱਕ ਆਪਣੇ ਕੋਲ ਹੈਗਾ ਸੀ ਇਲੈਕਟ੍ਰਿਕ ਮੋਟਰ, ਜਿਹੜਾ ਅੱਜ ਆਪਾਂ ਜਿਹੜਾ ਹੈਗਾ ਵਾ ਉਹਨੂੰ ਕੰਪਲੀਟ ਕਰਾਂਗੇ। ਇਲੈਕਟ੍ਰਿਕ ਮੋਟਰ ਦੇ ਵਿੱਚ ਸਟੂਡੈਂਟਸ ਆਪਾਂ ਚੰਗੀ ਤਰ੍ਹਾਂ ਪੜ੍ਹ ਕੇ ਆਏ ਹਾਂ ਵੀ ਆਪਣੇ ਕੋਲ ਮੈਗਨੈਟਿਕ ਇਫੈਕਟ ਦੇ ਵਿੱਚ ਵੀ ਆਪਾਂ ਪੜ੍ਹਿਆ ਵੀ ਤਿੰਨ ਚੀਜ਼ਾਂ ਆਪਣੇ ਕੋਲ ਹੁੰਦੀਆਂ ਨੇ। ਇੱਕ ਹੁੰਦਾ ਆਪਣੇ ਕੋਲ ਮੈਗਨੈਟਿਕ ਫੀਲਡ B, ਇੱਕ ਕਰੰਟ I ਅਤੇ ਇੱਕ ਆਪਣੇ ਕੋਲ ਫੋਰਸ F। ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਆਪਣੇ ਕੋਲ ਦੋ ਚੀਜ਼ਾਂ ਆਪਣੇ ਕੋਲ ਜਿਹੜੀਆਂ ਹੋਣੀਆਂ ਚਾਹੀਦੀਆਂ। ਥਰਡ ਫੈਕਟਰ ਜਿਹੜਾ ਹੈਗਾ ਉਹ ਆਪਣੇ ਆਪ ਪੈਦਾ ਹੁੰਦਾ ਹੈ। ਜਦੋਂ ਵੀ ਆਪਣੇ ਕੋਲ ਮੈਗਨੈਟਿਕ ਫੀਲਡ ਆਪਾਂ ਫਿਕਸ ਤੌਰ 'ਤੇ ਮੈਗਨੇਟ ਦੁਆਰਾ ਆਪਾਂ ਅਪਲਾਈ ਕਰਦੇ ਹਾਂ ਅਤੇ ਜਾਂ ਤਾਂ ਆਪਾਂ ਫੋਰਸ ਅਪਲਾਈ ਕਰਕੇ ਕਰੰਟ ਲੈ ਸਕਦੇ ਹਾਂ, ਚਾਹੇ ਆਪਾਂ ਕਰੰਟ ਦੇ ਕੇ ਉਹ ਤੋਂ ਫੋਰਸ ਲੈ ਸਕਦੇ ਹਾਂ। ਇਹ ਆਪਾਂ ਟੌਪਿਕ ਜਿਹੜਾ ਹੈਗਾ ਪਿਛਲੀ ਕਲਾਸ ਦੇ ਵਿੱਚ ਚੰਗੀ ਤਰ੍ਹਾਂ ਰਿਪੀਟ ਕਰ ਚੁੱਕਾ। ਉਹ ਸੇਮ ਪ੍ਰਿੰਸੀਪਲ ਦੇ ਆਧਾਰ 'ਤੇ ਹੀ ਅੱਜ ਆਪਾਂ ਇਲੈਕਟ੍ਰਿਕ ਮੋਟਰ ਦਾ ਕੰਸੈਪਟ ਜਿਹੜਾ ਉਹਨੂੰ ਅੱਗੇ ਪ੍ਰੋਸੀਡ ਕਰਾਂਗੇ। ਇਹਦੇ ਵਿੱਚ ਕੀ ਹੁੰਦਾ ਹੈ, ਇਟ ਕਨਵਰਟਸ ਇਲੈਕਟ੍ਰੀਕਲ ਐਨਰਜੀ। ਇਹਦੇ ਵਿੱਚ ਆਪਾਂ ਇਲੈਕਟ੍ਰੀਕਲ ਐਨਰਜੀ ਯਾਨੀ ਕਿ ਤਿੰਨਾਂ ਫੈਕਟਰ ਦੇ ਵਿੱਚੋਂ I ਆਪਾਂ ਜਿਹੜਾ ਹੈਗਾ ਇਹਨੂੰ ਦੇਣਾ ਹੈ, ਜਿਹਦੇ ਤੋਂ ਇਹਨੇ ਮੈਕੈਨੀਕਲ ਐਨਰਜੀ ਆਪਾਂ ਨੂੰ ਦੇਣੀ ਹੈ। ਮੈਕੈਨੀਕਲ ਐਨਰਜੀ ਆਪਣੇ ਕੋਲ ਕੀ ਦੇਣੀ ਹੈ, ਫੋਰਸ ਦੇਣੀ ਹੈ। ਉਹ ਜਿਹੜੀ ਫੋਰਸ ਹੋਏਗੀ ਉਹ ਆਪਣੇ ਕੋਲ ਕਿਹੜੀ ਫਾਰਮ ਦੇ ਵਿੱਚ ਦੇਗਾ, ਦੈਟ ਇਜ਼ ਰੋਟੇਸ਼ਨ ਫਾਰਮ ਦੇ ਵਿੱਚ ਦੇਗਾ। ਇਸ ਰੋਟੇਸ਼ਨ ਨੂੰ ਆਪਾਂ ਮੁੜ ਕੇ ਮਕੈਨੀਕਲ ਵਰਕ ਨੂੰ ਜਿਹਦੇ ਮਰਜ਼ੀ ਫਾਰਮ ਦੇ ਵਿੱਚ ਆਪਾਂ ਕੀ ਕਰ ਸਕਦੇ, ਯੂਟੀਲਾਈਜ਼ ਕਰ ਸਕਦੇ। ਬਹੁਤ ਆਸਾਨ ਕਨਸੈਪਟ ਆ, ਆਪਾਂ ਚੰਗੀ ਤਰ੍ਹਾਂ ਪਿਛਲੀ ਕਲਾਸ ਦੇ ਵਿੱਚ ਇਹਨੂੰ ਕਵਰ ਆਪਾਂ ਕਰ ਚੁੱਕੇ ਹਾਂ। ਸਿਰਫ ਇਹੋ ਲੈਕਚਰ ਜਿਹੜਾ ਹੈਗਾ ਵਾ ਅੱਜ ਰਿਕਾਰਡਡ ਜਿਹੜਾ ਹੈਗਾ ਆਪਾਂ YouTube 'ਤੇ ਪਾ ਰਹੇ ਹਾਂ। ਬਾਕੀ ਸਾਰੀਆਂ ਕਲਾਸਾਂ ਜਿਹੜੇ ਬੱਚੇ ਆਨਲਾਈਨ ਲਗਾਉਂਦੇ ਨੇ ਸਾਡੇ ਗਰੁੱਪਾਂ ਦੇ ਵਿੱਚ, ਉਹਨਾਂ ਨੂੰ ਸਾਰੇ ਕਨਸੈਪਟ ਪੂਰਾ ਚੈਪਟਰ ਚੰਗੀ ਤਰ੍ਹਾਂ ਕੰਪਲੀਟ ਹੋ ਚੁੱਕਾ ਹੈ। ਉਸ ਤੋਂ ਬਾਅਦ ਅੱਜ ਆਪਾਂ ਇਹਨੂੰ ਥੋੜ੍ਹਾ ਜਿਹਾ ਦੇਖਦੇ ਹਾਂ ਕੀ ਆ ਸਟੂਡੈਂਟ। ਇਹਦੇ ਵਿੱਚ ਆਪਣੇ ਕੋਲ ਕੀ ਹੁੰਦਾ ਹੈ ਵੀ ਆਪਣੇ ਕੋਲ ਜਿਵੇਂ ਕਿ ਆਪਾਂ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਜਾਣਦੇ ਜੇ, ਇਹ ਸਿਰਫ ਆਪਣੇ ਕੋਲ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਚਾਹੀਦੀਆਂ ਨੇ, ਥਰਡ ਚੀਜ਼ ਆਪੇ ਪੈਦਾ ਹੋ ਜਾਂਦੀ। ਅਤੇ ਮੈਗਨੈਟਿਕ ਫੀਲਡ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਪੱਕੀ ਫਿਕਸ ਦਿੰਦੇ ਹਾਂ। ਇਹਦੇ ਵਿੱਚ ਵੀ ਆਪਾਂ ਮੈਗਨੈਟਿਕ ਫੀਲਡ ਜਿਹੜੀ ਹੈਗੀ ਆ ਪਰਮਾਨੈਂਟ ਫਿਕਸ ਹੁੰਦੀ ਹੈ। ਦੈਟ ਇਜ਼ ਇੱਕ ਸਾਈਡ ਆਪਾਂ ਨਾਰਥ ਪੋਲ ਲੈ ਲੈਂਦੇ, ਇੱਕ ਸਾਈਡ ਆਪਾਂ ਸਾਊਥ ਪੋਲ ਲੈ ਲੈਂਦੇ। ਆਹ ਆਪਣੇ ਕੋਲ ਮੈਗਨੈਟਿਕ ਫੀਲਡ ਇੱਦਾਂ ਹੁੰਦੀ। ਇੱਧਰ ਆਪਾਂ ਨਾਰਥ ਪੋਲ ਲੈ ਲਿਆ ਅਤੇ ਸੈਕਿੰਡ ਸਾਈਡ ਆਪਾਂ ਸਾਊਥ ਪੋਲ ਲੈ ਲਿਆ। ਹੁਣ ਜਿਹੜੀ ਮੈਗਨੈਟਿਕ ਫੀਲਡ ਹੈ ਉਹਦੇ ਵਿੱਚ ਮੈਗਨੈਟਿਕ ਲਾਈਨਸ ਇੱਦਾਂ ਟਰੈਵਲ ਕਰਨਗੀਆਂ ਇਹਦੇ ਉੱਪਰ, ਬਿਲਕੁਲ ਐਜ਼ ਇਟ। ਇਹ ਸਾਰੀਆਂ ਆਪਣੇ ਕੋਲ ਕੀ ਹੈਗੀਆਂ, ਮੈਗਨੈਟਿਕ ਲਾਈਨਸ ਆਫ ਫੋਰਸਿਸ। ਇਹਨਾਂ ਦੇ ਵਿੱਚ ਮੈਗਨੈਟਿਕ ਫੀਲਡ B ਜਿਹੜੀ ਹੈਗੀ ਆਪਾਂ ਪਰਮਾਨੈਂਟਲੀ ਫਿਕਸ ਅਪ ਕਰਤੀ। ਇਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੇ ਵਿੱਚ ਇੱਕ ਆਪਣੇ ਕੋਲ ਕੋਇਲ ਲੱਗੀ ਹੁੰਦੀ ਹੈ, ਜਿੱਦਾਂ ਕਿ ਬਿਲਕੁਲ ਸਾਹਮਣੇ ਡਾਇਗਰਾਮ ਦੇ ਵਿੱਚ ਵੀ ਤੁਹਾਨੂੰ ਇੱਕ ਕੋਇਲ ਜਿਹੜੀ ਹੈਗੀ ਹੈ ਬਿਲਕੁਲ ਨਜ਼ਰ ਕਰਵਾ ਕੇ ਦਿਖਾ ਰਹੀ ਹੈ। ਨਾਲੋਂ ਨਾਲ ਮੈਂ ਉਹਨੂੰ ਜਿਹੜਾ ਡਾਇਗਰਾਮ ਨੂੰ ਡਰਾ ਕਰਕੇ ਤੁਹਾਨੂੰ ਐਕਸਪਲੇਨ ਵੀ ਕਰ ਰਿਹਾ। ABCD ਇੱਕ ਕੋਇਲ ਮੈਗਨੈਟਿਕ ਫੀਲਡ ਦੇ ਵਿੱਚ ਰੱਖਤੀ। ਜਦੋਂ ਵੀ ਸਟੂਡੈਂਟਸ ਆਪਾਂ ਇਹਦੇ ਵਿੱਚ ਇਹਨੂੰ ਇਲੈਕਟ੍ਰੀਕਲ ਐਨਰਜੀ ਦਿੰਦੇ ਹਾਂ, ਜਦੋਂ ਵੀ ਇਹਦੇ ਵਿੱਚ ਵੀ ਆਪਣੇ ਕੋਲ ਇਲੈਕਟ੍ਰਿਕ ਕਰੰਟ ਜਿਹੜਾ ਹੈਗਾ ਵਾ ਫਲੋ ਹੋਏਗਾ A ਤੋਂ B ਜਾਂ C ਤੋਂ D, ਤੋਂ ਆਪਣੇ ਇਸ ਮੈਗਨੈਟਿਕ ਫੀਲਡ ਜਿਹੜੀ ਡਾਇਰੈਕਸ਼ਨ ਹੈਗੀ ਆ ਉਹਦੇ ਪਰਪੈਂਡੀਕੂਲਰ ਜਾਏਗਾ। ਜਦੋਂ ਆਪਣੇ ਕੋਲ A ਤੋਂ B ਗਿਆ ਉਹਦੀ ਡਾਇਰੈਕਸ਼ਨ ਅਪਵਰਡ ਹੋਏਗੀ। ਜਦੋਂ ਆਪਣੇ ਕੋਲ ਸਪੋਜ਼ ਕਰੋ ਜਦੋਂ ਆਪਣੇ ਕੋਲ ਡਾਊਨਵਰਡ ਆਇਆ C ਤੋਂ D, ਤਾਂ ਉਹਦੀ ਜਿਹੜੀ ਡਾਇਰੈਕਸ਼ਨ ਹੈਗੀ ਆਪਣੇ ਕੋਲ ਡਾਊਨਵਰਡ, ਜਾਣੀ ਕਿ ਮੈਗਨੈਟਿਕ ਫੀਲਡ B ਦੇ ਨਾਲ ਜਿਹੜਾ ਐਂਗਲ ਉਹਦਾ ਆਪਣੇ ਕੋਲ ਕੀ ਹੋ ਗਿਆ, 90 ਡਿਗਰੀ। ਇਹ ਤਿੰਨੇ ਆਪਣੇ ਕੋਲ ਇੱਕ ਦੂਸਰੇ ਦੇ ਪਰਪੈਂਡੀਕੂਲਰ ਹੁੰਦੇ, ਜਾਣੀ ਕਿ 90 ਡਿਗਰੀ ਐਂਗਲ 'ਤੇ ਹੁੰਦੇ। ਇਹਦਾ ਮਤਲਬ ਜਿਹੜਾ ਕਰੰਟ ਹੋਵੇ 90 ਡਿਗਰੀ 'ਤੇ ਹੋ ਗਿਆ। ਹੁਣ ਆਪਾਂ ਦੋ ਫੈਕਟਰ ਦੇ ਦਿੱਤੇ ਹੈ। ਤੀਸਰਾ ਫੈਕਟਰ ਜਿਹੜਾ ਹੈਗਾ ਸੀ ਉਹ ਆਪਣੇ ਕੋਲ ਕਿਹੜਾ ਆਉਣਾ ਸੀ, ਦੈਟ ਇਜ਼ ਫੋਰਸ, ਜਿਹਨੂੰ ਆਪਾਂ ਮਕੈਨੀਕਲ ਰੂਪ ਦੇ ਵਿੱਚ ਜਿਹੜਾ ਹੈਗਾ ਯੂਟੀਲਾਈਜੇਸ਼ਨ ਉਹਦੀ ਕਰਨੀ ਸੀ। ਅਤੇ ਜਿਹੜੀ ਫੋਰਸ ਹੈਗੀ ਆ ਸਟੂਡੈਂਟਸ ਉਹ ਆਪਣੇ ਕੋਲ ਇਹਦੇ ਵਿੱਚ ਕੀ ਹੈਗੀ, ਅਲਟੀਮੇਟਲੀ ਖੁਦ ਪੈਦਾ ਹੋਏਗੀ ਆਪਣੇ ਕੋਲ। ਆਪਾਂ ਦੇਖਦੇ ਹਾਂ ਕਿ ਫੋਰਸ ਆਪਣੇ ਕੋਲ ਜਿਹੜੀ ਹੈਗੀ ਕਿਵੇਂ ਪੈਦਾ ਹੋਏਗੀ। ਜਦੋਂ ਕਰੰਟ ਆਪਣੇ ਕੋਲ A ਤੋਂ B ਗਿਆ ਅਤੇ ਜਿਹੜੀ ਫੋਰਸ ਹੈਗੀ ਆ ਉਹ ਅਪਵਰਡ F ਲੱਗੇਗੀ, ਅਤੇ ਜਦੋਂ C ਤੋਂ D ਗਿਆ ਫੋਰਸ ਡਾਊਨਵਰਡ F ਲੱਗੇਗੀ। ਸੇਮ ਐਜ਼ ਆਹ ਫੋਰਸ ਇੱਕ ਵਾਰ ਆਪਣੇ ਕੋਲ ਮੰਨ ਲੈਂਦੇ ਹਾਂ ਡਾਊਨਵਰਡ, ਅਤੇ ਇੱਕ ਵਾਰ ਆਪਣੇ ਕੋਲ ਕੀ ਆ, ਅਪਵਰਡ। ਕੋਈ ਵੀ ਡਾਇਰੈਕਸ਼ਨ ਜਿਹੜੀ ਹੈਗੀ ਅਲਟਰਨੇਟਿਵਲੀ ਅਕੋਰਡਿੰਗ ਟੂ ਦਾ ਡਾਇਰੈਕਸ਼ਨ ਆਫ ਕਰੰਟ ਆਪਣੇ ਕੋਲ ਇਹਦੀ ਡਾਇਰੈਕਸ਼ਨ ਚੇਂਜ ਹੋਏਗੀ। ਆਪਣੇ ਕੋਲ ਸਟੂਡੈਂਟਸ ਆਪਣੇ ਕੋਲ ਕੀ ਹੁੰਦੇ, ਇਹਦੇ ਨਾਲ ਹੀ ਦੋ ਬਰੱਸ਼ ਲੱਗੇ ਹੁੰਦੇ ਨੇ, ਜਿਨ੍ਹਾਂ ਦਾ ਕੰਮ ਕੀ ਹੁੰਦਾ ਹੈ, ਟੂ ਸੈਂਡ ਦਾ ਕਰੰਟ ਇਨ ਦਾ ਸਰਕਟ, ਐਂਡ B2 ਦਾ ਕੰਮ ਕੀ ਹੁੰਦਾ ਬਰੱਸ਼ ਦਾ, ਟੂ ਰਿਸੀਵ ਦਾ ਕਰੰਟ ਫਰੋਮ ਦਾ ਕੋਇਲ। ਇੱਥੇ ਆਪਾਂ ਲਿਖ ਲੈਣ B1 ਸੈਂਡ ਕਰੰਟ ਇਨ ਕੋਇਲ, ਅਤੇ B2 ਦਾ ਕੰਮ ਆਪਣੇ ਕੋਲ ਕੀ ਹੈਗਾ ਵਾ, ਰਿਸੀਵ ਕਰੰਟ ਫਰੋਮ ਕੋਇਲ। ਜਦੋਂ ਆਪਣੇ ਕੋਲ ਕਰੰਟ A ਤੋਂ B ਜਾਏਗਾ
A to B ਤੇ ਆਪਾਂ ਦੇਖਦੇ ਹਾਂ ਜਿਹੜੀ ਫੋਰਸ F1 ਐਕਟ ਕਰਦੀ ਜਦੋਂ ਫੋਰਸ F1 ਐਕਟ ਹੋਈ ਤੇ ਆਪਣੇ ਕੋਲ ਜਿਹੜੀ ਹੈਗੀ ਆ ਇਹਦੇ ਨਾਲ ਜਿਹੜੇ ਰੋਟੇਟਰ ਲੱਗੇ ਹੋਏ ਹਨ ਰੋਟੇਟਰ ਜਿਹੜਾ R1 ਕੀ ਕਰੇਗਾ ਰੋਟੇਟ ਕਰੇਗਾ ਤੇ ਕੀ ਦੇਗਾ ਆਪਣੇ ਕੋਲ ਹਾਫ ਰੋਟੇਸ਼ਨ ਹਾਫ ਰੋਟੇਸ਼ਨ ਦੇਣੀ ਇਹਦਾ ਆਪਣੇ ਕੋਲ ਹਾਫ ਸਾਈਕਲ ਜਿਹੜਾ ਹੈਗਾ ਆਪਣੇ ਕੋਲ ਕੀ ਹੋ ਜਾਏਗਾ ਕੰਪਲੀਟ ਹੋ ਜਾਏਗਾ ਇਸ ਤੋਂ ਬਾਅਦ ਜਦੋਂ ਕਰੰਟ C ਤੋਂ D ਜਾਏਗਾ ਤੇ ਉਦੋਂ ਫੋਰਸ ਆਪਣੇ ਕੋਲ ਜੇ ਆਪਣੇ ਕੋਲ ਇਹ ਅਪਵਰਡ ਫੋਰਸ ਸੀ F1 ਤੇ ਜਿਹੜੀ F2 ਹੈਗੀ ਉਹ ਆਪਣੇ ਕੋਲ ਕੀ ਲੱਗੇਗੀ ਡਾਊਨਵਰਡ ਲੱਗੇਗੀ F2 ਡਾਊਨਵਰਡ ਫੋਰਸ ਐਕਟ ਕਰੇਗੀ ਤੇ ਰੋਟੇਟਰ R2 ਚੱਲੇਗਾ ਜਿਹੜਾ ਆਪਣੇ ਕੋਲ ਕੀ ਕਰੇਗਾ ਰੋਟੇਟ ਕਰੇਗਾ ਤੇ ਨੈਕਸਟ ਹਾਫ ਰੋਟੇਸ਼ਨ ਫਿਰ ਦੇਗਾ ਹਾਫ ਰੋਟੇਸ਼ਨ ਆਪਣੇ ਕੋਲ ਆਏਗੀ ਇਸ ਤਰ੍ਹਾਂ ਆਪਣੇ ਕੋਲ ਪੂਰੇ ਦਾ ਪੂਰਾ ਕੰਪਲੀਟ ਸਰਕਲ ਕੰਪਲੀਟ ਹੋ ਜਾਏਗਾ ਹਾਂਜੀ ਡਾਇਗਰਾਮ ਦੇ ਵਿੱਚ ਇਸ ਤਰ੍ਹਾਂ ਆਪਾਂ ਕਲੀਅਰਲੀ ਵੇਖ ਸਕਦੇ ਹਾਂ ਕਿ ਜਦੋਂ ਆਪਣੇ ਕੋਲ ਕਰੰਟ A ਤੋਂ B ਗਿਆ ਸੀ ਤੇ ਫੋਰਸ F1 ਜਿਹੜੀ ਹੈਗੀ ਅਪਵਰਡ ਲੱਗੀ ਸੀ ਜਦੋਂ ਆਪਣੇ ਕੋਲ ਕਰੰਟ ਰੋਟੇਟ ਹੋ ਕੇ C ਤੋਂ D ਆਇਆ ਤੇ ਆਪਣੇ ਕੋਲ ਫੋਰਸ ਜਿਹੜੀ F2 ਚੱਲੀ ਤੇ ਆਪਾਂ ਹੁਣੇ ਜਿਹੜਾ ਪੜਿਆ ਹੈਗਾ ਵੀ ਆਪਣੇ ਕੋਲ ਜਿਹੜੇ ਰੋਟੇਟਰ ਹੈਗੇ ਨੇ R1 ਐਂਡ R2 ਜਿਹੜੇ ਹੈਗੇ ਨੇ ਉਹਨਾਂ ਨੇ ਵਰਕ ਕੀਤਾ ਹਾਫ ਰੋਟੇਸ਼ਨ ਜਿਹੜੀ ਹੈਗੀ ਆਪਣੇ ਕੋਲ ਉਹ ਆਪਣੇ ਕੋਲ R1 ਨੇ ਦਿੱਤੀ ਹੈ ਤੇ ਹਾਫ ਰੋਟੇਸ਼ਨ ਜਿਹੜੀ ਹੈਗੀ ਆਪਣੇ ਕੋਲ ਕਿੰਨੀ ਦਿੱਤੀ ਹੈ R2 ਨੇ ਉਸ ਤੋਂ ਬਾਅਦ ਫਿਰ ਜਿਹੜਾ ਆਪਣੇ ਕੋਲ ਕੋਇਲ ਫਿਰ ਸੇਮ ਪੋਜੀਸ਼ਨ ਤੇ ਆ ਜਾਂਦੀ ਹੈ ਇਸੇ ਤਰ੍ਹਾਂ ਦੋਨੋਂ ਮਿਲ ਕੇ ਆਪਣੇ ਕੋਲ ਕੰਪਲੀਟ ਸਰਕਲ ਜਿਹੜਾ ਹੈਗਾ ਵਾ that is complete ਸਾਈਕਲ ਜਿਹੜਾ ਆਪਣੇ ਕੋਲ ਦਿੰਦੇ ਆ ਤੇ ਜਿਹੜੀ ਆਪਣੇ ਕੋਲ ਕੋਇਲ ਹੁੰਦੀ ਆ ਉਹ ਆਰਮੇਚਰ ਨਾਲ ਜਿਹੜੀ ਹੁੰਦੀ ਹੈ ਲਿੰਕ ਹੁੰਦੀ ਹੈ ਜਿਹਨੂੰ ਆਪਾਂ ਮੁੜ ਕੇ ਕਹਾਂਗਾ ਮਕੈਨੀਕਲ ਰੋਟੇਸ਼ਨ ਦੇ ਵਿੱਚ ਜਿਹੜਾ ਹੈਗਾ ਯੂਜ਼ ਕਰ ਲੈਂਦੇ ਆ ਇਹੋ ਆਪਣੇ ਕੋਲ ਬੇਸਿਕ ਪ੍ਰਿੰਸੀਪਲ ਹੈਗਾ ਵਾ ਇਲੈਕਟ੍ਰਿਕ ਮੋਟਰ ਦਾ ਵਰਕ ਕਰਨ ਦਾ ਸਿਰਫ ਇਹਦੇ ਵਿੱਚ ਜਿਹੜੀਆਂ ਬਾਕੀ ਚੀਜ਼ਾਂ ਸੀ ਉਹ ਆਪਾਂ ਪਹਿਲਾਂ ਪੜ੍ਹ ਚੁੱਕੇ ਉਹ ਸਾਰੀਆਂ ਡਿਟੇਲ ਦੇ ਵਿੱਚ ਤੁਹਾਨੂੰ ਕਰਵਾਈਆਂ ਹੋਈਆਂ ਨੇ ਸਿਰਫ ਅੱਜ ਤੁਹਾਨੂੰ ਇਸ ਦਾ ਕੰਸੈਪਟ ਦੱਸਣਾ ਸੀ ਵੀ ਇਹਦੀ ਵਰਕਿੰਗ ਕਿਵੇਂ ਹੁੰਦੀ ਹੈ ਇਸ ਦੇ ਨਾਲ ਹੀ ਆਪਣਾ ਇੱਕ ਛੋਟਾ ਜਿਹਾ ਟੌਪਿਕ ਰਹੇਗਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਬਾਰੇ ਜਿਹੜਾ ਹੈਗਾ ਆਪਾਂ ਪੜ੍ਹਾਂਗੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਵਾ ਬਾਕੀ ਜਿਹੜੀਆਂ ਆਨਲਾਈਨ ਕਲਾਸਾਂ ਦੇ ਵਿੱਚ ਜੇ ਕੋਈ ਟੌਪਿਕ ਰਹਿ ਜਾਏਗਾ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਜੇ ਤੂੰ ਆਪਾਂ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਹੈਗਾ ਇਹ ਚੈਪਟਰ ਆਪਾਂ ਫਿਨਿਸ਼ ਕਰ ਦੇਵਾਂਗੇ